हाँ जी, वाहिगुरू जी का खालसा वाहिगुरू जी की फतेह जी। स्वागत है थोड़ा थोड़े अपने चैनल सिख हिस्टरी विच। दोस्तों अज गल करांगे शहीद भाई जगत सिंह जग्गा बारे। सो वीडियो बड़ी दिलचस्प होने वाली है जी, इनू सारी नू सुनना ते अगे शेयर करना। कहते बई गुरुआं दी धरती पंजाब ते जदों भी कदे पाप दी जंज बन के किसे हंकारे हाकम दियां फौजां हमलावर होके चढ़ आउंदियां हन ਤਾਂ ਪੰਜ ਦਰਿਆਵਾਂ ਦੀ ਧਰਤੀ ਦੇ ਅਣਖੀੜਲੇ ਸਿੱਖ ਗੱਭਰੂਆਂ ਦੀਆਂ ਨਾੜਾਂ ਵਿੱਚ ਦੌੜਦਾ ਤੱਤਾ ਲਹੂ ਉਹਨਾਂ ਨੂੰ ਘਰਾਂ ਦੀਆਂ ਚਾਰ ਦੀਵਾਰੀਆਂ 'ਚ ਟੇਕੇ ਨਹੀਂ ਬਹਿਣ ਦਿੰਦਾ। ਹਮਲਾਵਰਾਂ ਦੇ ਪੈਰਾਂ ਹੇਠ ਅੱਗ ਦੇ ਭਾਂਬੜ ਬਾਲ ਦੇਣ ਵਾਲੇ ਪੰਜਾਬ ਦੇ ਜਿਨ੍ਹਾਂ ਜਾਇਆਂ ਨੇ 20ਵੀਂ ਸਦੀ ਦੀ ਸਿੱਖ ਤਵਾਰੀਖ ਦੇ ਪੰਨੇ ਆਪਣੇ ਲਹੂ ਨਾਲ ਸ਼ਿੰਗਾਰੇ, ਉਹਨਾਂ ਸ਼ਹੀਦਾਂ 'ਚ ਹੀ ਇੱਕ ਨਾਮ ਹੈ ਕੋਟ ਹਯਾਤ ਪਿੰਡ ਦਾ ਸ਼ਹੀਦ ਭਾਈ ਜਗਤ ਸਿੰਘ ਜੱਗਾ। ਜਗਤ ਸਿੰਘ ਜੱਗਾ ਦਾ ਜਨਮ 19 ਜੂਨ 1971 ਨੂੰ ਮਾਤਾ ਬੀਬੀ ਅਮਰੀਕ ਕੌਰ ਦੀ ਕੁੱਖੋਂ ਸਰਦਾਰ ਸੰਤੋਖ ਸਿੰਘ ਦੇ ਘਰ ਅੰਮ੍ਰਿਤਸਰ ਦੀ ਬਾਬਾ ਬਕਾਲਾ ਤਹਿਸੀਲ 'ਚ ਪੈਂਦੇ ਪਿੰਡ ਕੋਟ ਹਯਾਤ ਵਿੱਚ ਹੋਇਆ। ਇਹ ਗੁਰਸਿੱਖ ਪਰਿਵਾਰ ਦਮਦਮੀ ਟਕਸਾਲ ਦੇ ਨਾਲ ਜੁੜਿਆ ਹੋਇਆ ਸੀ। ਜੱਗਾ ਅਜੇ 6 ਸਾਲ ਦਾ ਹੀ ਸੀ ਜਦੋਂ ਸੰਤ ਕਰਤਾਰ ਸਿੰਘ ਹੋਰੀ ਧਰਮ ਪ੍ਰਚਾਰ ਲਈ ਇਸ ਇਲਾਕੇ 'ਚ ਆਏ ਅਤੇ ਇਸ ਸਾਰੇ ਹੀ ਪਰਿਵਾਰ ਨੇ ਜਥੇ ਤੋਂ ਅੰਮ੍ਰਿਤਪਾਨ ਕਰ ਲਿਆ। ਇਸ ਤਰ੍ਹਾਂ ਜੱਗੇ ਨੇ 6 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ। ਜੱਗਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਮਾਂ ਨੂੰ ਕਹਿੰਦਾ ਕਿ ਬੀਬੀ ਕਹਾਣੀ ਸੁਣਾ, ਤੇ ਮਾਤਾ ਉਸ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ। ਸੁਣਦਾ ਸੁਣਦਾ ਉਹ ਸੌਂ ਜਾਂਦਾ। ਕਹਿੰਦੇ ਬਈ ਜੱਗਾ ਅਜੇ 17 ਸਾਲ ਦਾ ਮੁੱਛ-ਫੁੱਟ ਗੱਭਰੂ ਹੀ ਸੀ ਜਦੋਂ ਸ਼ਰੀਕਾਂ ਨੇ ਕਿਸੇ ਗੱਲੋਂ ਵੱਟ ਖਾ ਕੇ ਬੜੀ ਸਾਜ਼ਿਸ਼ ਦੇ ਨਾਲ ਜੱਗੇ ਅਤੇ ਉਸ ਦੇ ਪਿਤਾ ਸਰਦਾਰ ਸੰਤੋਖ ਸਿੰਘ ਤੇ ਧਾਰਾ 326 ਦਾ ਪਰਚਾ ਦਰਜ ਕਰਵਾ ਦਿੱਤਾ। ਜੱਗੇ ਦੀ ਚੜ੍ਹਦੀ ਜਵਾਨੀ 'ਚ ਪਹਿਲੀ ਵਾਰ ਸਰਕਾਰੀ ਮਹਿਕਮੇ ਨਾਲ ਆਮਾ ਸਾਹਮਣਾ ਹੋਇਆ, ਪਰ ਸ਼ਰੀਕਾਂ ਦੇ ਇਸ ਸਰਕਾਰੀ ਵਾਰ ਨੂੰ ਜੱਗੇ ਨੇ ਕਮਾਲ ਦੀ ਫੁਰਤੀ ਅਤੇ ਸੂਝ-ਬੂਝ ਨਾਲ ਨਜਿੱਠਿਆ। ਪੁਲਿਸ ਨੇ ਜੱਗੇ ਦੇ ਪਿਤਾ ਸਰਦਾਰ ਸੰਤੋਖ ਸਿੰਘ ਨੂੰ ਤਾਂ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੱਤਾ, ਪਰ ਜੱਗਾ ਉਹਨਾਂ ਨੂੰ ਝਕਾਨੀ ਦੇ ਗਿਆ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਜੱਗੇ ਨੇ ਬਾਹਰੋਂ ਬਾਹਰ ਆਪਣੀ ਜ਼ਮਾਨਤ ਕਰਵਾਈ ਤੇ ਫਿਰ ਖੁਦ ਹੀ ਆਪਣੇ ਪਿਤਾ ਦੀ ਪੈਰਵੀ ਆਰੰਭ ਕਰ ਦਿੱਤੀ। ਦੂਜੇ ਪਾਸੇ ਸ਼ਰੀਕਾਂ ਦਾ ਪੂਰਾ ਜ਼ੋਰ ਲੱਗਾ ਸੀ ਕਿ ਜੱਗੇ ਨੂੰ ਵੀ ਗ੍ਰਿਫਤਾਰ ਕਰਵਾਉਣਾ ਹੈ। ਇਸ ਹਾਲਾਤ ਵਿੱਚ ਜੱਗੇ ਨੂੰ ਆਪਣੇ ਪਿਤਾ ਦੀ ਪੈਰਵਾਈ ਕਰਨ 'ਚ ਵਾਹਵਾ ਮੁਸ਼ਕਲ ਪੇਸ਼ ਆਈ ਤੇ ਉਸ ਦੇ ਬੁੱਲਾਂ 'ਚੋਂ ਆਪ ਮੁਹਾਰੇ ਹੀ ਇਹ ਬੋਲ ਇੱਕ ਗੀਤ ਬਣ ਕੇ ਨਿਕਲਦੇ ਰਹਿੰਦੇ ਵੀ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਉਧਰੋਂ 326 ਦੇ ਕੇਸ ਵਿੱਚ ਤਰੀਕ ਪੈ ਗਈ ਤੇ ਸ਼ਰੀਕਾਂ ਨੇ ਵਿਉਂਤ ਬਣਾਈ ਕਿ ਜੇਕਰ ਜੱਗਾ ਤਰੀਕ ਭੁਗਤਣ ਆਇਆ ਤਾਂ ਕਚਹਿਰੀ ਦੇ ਬਾਹਰੋਂ ਹੀ ਪੁਲਿਸ ਨੂੰ ਚੁਕਵਾ ਦੇਣਾ ਤੇ ਜੇਕਰ ਨਾ ਆਇਆ ਤਾਂ ਉਸ ਨੂੰ ਕੇਸ 'ਚੋਂ ਭਗੌੜਾ ਕਰਾਰ ਦਿਵਾਉਣਾ ਹੈ। ਉਹ ਹਰ ਪੱਖ ਤੋਂ ਆਸਵੰਦ ਸਨ, ਪਰ ਜੱਗੇ ਨੇ ਅਜੇ ਉਹਨਾਂ ਨੂੰ ਸਿਖਾਉਣਾ ਸੀ ਕਿ ਤੇਜ਼ ਤਰਾਰੀ ਕਿਸ ਨੂੰ ਕਹਿੰਦੇ ਹਨ। ਨਿਰਧਾਰਤ ਤਰੀਕ ਤੇ ਜੱਗਾ ਕਚਹਿਰੀ ਪਹੁੰਚਿਆ। ਸ਼ਰੀਕਾਂ ਨੇ ਉਂਗਲ ਸਿੱਧੀ ਕਰਕੇ ਉਸ ਦੀ ਸ਼ਨਾਖਤ ਕੀਤੀ। ਪੁਲਿਸ ਵਾਲੇ ਦਗੜ-ਦਗੜ ਕਰਦੇ ਜੱਗੇ ਵੱਲ ਭੱਜੇ, ਪਰ ਜੱਗਾ ਬਿਜਲੀ ਦੀ ਫੁਰਤੀ ਨਾਲ ਅਦਾਲਤ ਰੂਮ ਦੇ ਅੰਦਰ ਜਾ ਵੜਿਆ। ਪੁਲਿਸ ਵਾਲੇ ਵੀ ਅੰਦਰ ਵੜ ਗਏ ਤੇ ਜੱਜ ਨੂੰ ਕਹਿ ਕੇ ਜੱਗੇ ਨੂੰ ਹਿਰਾਸਤ 'ਚ ਲੈਣਾ ਚਾਹਿਆ, ਪਰ ਜੱਗੇ ਨੇ ਜੇਬ 'ਚੋਂ ਕੱਢ ਕੇ ਅਗਾਊਂ ਜ਼ਮਾਨਤ ਦੀ ਕਾਪੀ ਸਾਹਮਣੇ ਕਰ ਦਿੱਤੀ। ਉਧਰ ਜੱਜ ਦੇ ਸਾਹਮਣੇ ਪੁਲਿਸ ਵਾਲਿਆਂ ਨੂੰ ਸ਼ਰਮਿੰਦੇ ਹੋਣਾ ਪਿਆ। ਸ਼ਰੀਕ ਨਮੋਸ਼ੀ ਵਿੱਚ ਆ ਗਏ ਤੇ ਜੱਗਾ ਕਚਹਿਰੀ ਤੋਂ ਜੇਤੂ ਮੁਸਕਾਨ ਲੈ ਕੇ ਬਾਹਰ ਨਿਕਲਿਆ। ਫਿਰ ਉਸ ਨੇ ਆਪਣੇ ਪਿਤਾ ਦੀ ਜ਼ਮਾਨਤ ਕਰਵਾ ਕੇ ਉਸ ਨੂੰ ਵੀ ਬਾਹਰ ਕਢਵਾ ਲਿਆ। ਜੱਗਾ ਕਹਿੰਦੇ ਕਬੱਡੀ ਦਾ ਚੋਟੀ ਦਾ ਖਿਡਾਰੀ ਸੀ। ਪਿੰਡ ਤਿੰਮੋਵਾਲ ਵਿਖੇ ਇੱਕ ਕਬੱਡੀ ਦੇ ਮੈਚ ਦੌਰਾਨ ਵਿਰੋਧੀ ਟੀਮ ਦੇ ਇੱਕ ਖਿਡਾਰੀ ਨੇ ਖੁੰਦਕ 'ਚ ਬੇਖਬਰ ਖਲੋਤੇ ਹੋਏ ਜੱਗੇ ਨੂੰ ਕੈਂਚੀ ਮਾਰ ਦਿੱਤੀ, ਜਿਸ ਕਾਰਨ ਜੱਗੇ ਦੀ ਲੱਤ ਟੁੱਟ ਗਈ। ਪਰ ਜੱਗੇ ਨੇ ਇਸ ਖੇਡ ਵਿੱਚ ਜਾਤੀ ਰੰਜਿਸ਼ ਨੂੰ ਆਪਣੇ ਤੇ ਹਾਵੀ ਨਾ ਹੋਣ ਦਿੱਤਾ। ਉਹ ਖਲਚੀਆਂ ਤੋਂ ਇਲਾਜ ਕਰਵਾ ਕੇ ਫੇਰ ਖੇਡ ਦੇ ਮੈਦਾਨ ਵਿੱਚ ਦਿਸਣ ਲੱਗਾ। ਇਸ ਤੋਂ ਬਾਅਦ ਜੱਗਾ ਬਾਬਾ ਬਕਾਲਾ ਵਿਖੇ ਸਟੈਨੋ ਦਾ ਕੋਰਸ ਕਰਨ ਲੱਗਾ ਤੇ ਇੱਥੇ ਹੀ ਉਸ ਦਾ ਮੇਲ ਭਾਈ ਬਲਵਿੰਦਰ ਸਿੰਘ ਸ਼ਾਹਪੁਰ ਦੇ ਨਾਲ ਹੋਇਆ। ਭਾਈ ਬਗੇਲ ਸਿੰਘ ਡੇਰੀਵਾਲ ਆਦਿ ਚੋਟੀ ਦੇ ਜੁਝਾਰੂ ਸਿੰਘਾਂ ਦੇ ਨਾਲ ਵੀ ਜੱਗੇ ਦਾ ਮੇਲ ਜੋਲ ਬਣ ਗਿਆ। ਕਹਿੰਦੇ ਕੁਝ ਕਨਸੂਆਂ ਸੁਣ ਕੇ ਪਰਿਵਾਰ ਨੇ ਜੱਗੇ ਨੂੰ ਜਲੰਧਰ 'ਚ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨ ਲਾ ਦਿੱਤਾ, ਪਰ ਸਰਜੇ ਪਿੰਡ ਵਾਲੇ ਜਗਦੇਵ ਸਿੰਘ ਹੇਰਾ ਨਾਲ ਜੱਗਾ ਪਹਿਲਾਂ ਵਾਂਗ ਹੀ ਵਿਚਰ ਰਿਹਾ ਸੀ। ਉਹ ਦੋਸਤ ਮੋਟਰਸਾਈਕਲ ਲੈ ਕੇ ਆ ਜਾਂਦੇ ਤੇ ਜੱਗਾ ਬੱਸ 'ਚੋਂ ਉਤਰ ਕੇ ਉਹਨਾਂ ਦੇ ਨਾਲ ਚਲਾ ਜਾਂਦਾ। ਇਸ ਤਰ੍ਹਾਂ ਪਰਿਵਾਰ ਲਈ ਤਾਂ ਜੱਗਾ ਜਲੰਧਰ 'ਚ ਕੋਰਸ ਕਰ ਰਿਹਾ ਸੀ, ਪਰ ਉਸ ਦੀ ਟ੍ਰੇਨਿੰਗ ਕਿਤੇ ਹੋਰ ਹੀ ਚੱਲ ਰਹੀ ਸੀ। ਇਹਨਾਂ ਹੀ ਦਿਨਾਂ ਵਿੱਚ ਰਿਸ਼ਤੇਦਾਰੀ 'ਚੋਂ ਕਿਸੇ ਨੇ ਜੱਗੇ ਲਈ ਕੋਈ ਰਿਸ਼ਤਾ ਲਿਆਂਦਾ। ਪਰਿਵਾਰ ਵਾਲੇ ਵੇਖ ਵਿਖਾਈ ਲਈ ਜੱਗੇ ਨੂੰ ਕਹਿਣ ਲੱਗੇ, ਪਰ ਉਹ ਟਾਲ ਮਟੋਰ ਕਰਕੇ ਸਮਾਂ ਲੰਘਾਉਂਦਾ ਰਿਹਾ।
ਅਖੀਰ ਜਦੋਂ ਪਰਿਵਾਰ ਨੇ ਗੰਭੀਰ ਹੋ ਕੇ ਜ਼ਿਆਦਾ ਜ਼ੋਰ ਪਾਇਆ ਤਾਂ ਜੱਗੇ ਨੇ ਰਿਸ਼ਤਾ ਲਿਆਉਣ ਵਾਲੇ ਰਿਸ਼ਤੇਦਾਰ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਮੈਂ ਪਹਿਲਾਂ ਹੀ ਮੰਗਿਆ ਹੋਇਆ, ਤੁਸੀਂ ਹੁਣ ਦੁਬਾਰਾ ਰਿਸ਼ਤੇ ਲਈ ਨਾ ਆਇਓ। ਜਦੋਂ ਮਾਤਾ ਪਿਤਾ ਨੇ ਜੱਗੇ ਤੋਂ ਇਸ ਬਾਰੇ ਜਵਾਬ ਤਲਬੀ ਕੀਤੀ ਤਾਂ ਉਸਨੇ ਪੂਰੇ ਸੰਜਮ ਤੇ ਸਤਿਕਾਰ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਕਿੱਥੇ ਮੰਗਿਆ, ਇਹ ਤੁਹਾਨੂੰ ਬਾਅਦ ਚ ਪਤਾ ਲੱਗ ਜੂ। ਜੇ ਐਵੇਂ ਜ਼ਬਰਦਸਤੀ ਮੇਰਾ ਵਿਆਹ ਕਰੋਗੇ ਫਿਰ ਐਵੇਂ ਆਪ ਵੀ ਔਖੇ ਹੋਵੋਗੇ ਤੇ ਬਗਾਨੀ ਕੁੜੀ ਵੀ ਔਖੀ ਹੋਊ। ਜੱਗੇ ਦੀ ਇਹ ਗੱਲ ਤੋਂ ਪਰਿਵਾਰ ਨੂੰ ਯਕੀਨ ਹੋ ਗਿਆ ਕਿ ਜੱਗਾ ਸਿੱਖ ਸੰਘਰਸ਼ ਦੀਆਂ ਲਹਿਰਾਂ ਵਿੱਚ ਬੜਾ ਡੂੰਘਾ ਉਤਰ ਚੁੱਕਾ ਹੈ, ਪਰ ਫੇਰ ਵੀ ਪਰਿਵਾਰ ਵਾਲੇ ਆਪਣੀ ਜਿੱਦ ਤੇ ਅੜੇ ਰਹੇ ਤੇ ਜੱਗਾ ਆਪਣੀ ਗੱਲ ਤੇ। ਕੌਮੀ ਫਰਜ਼ਾਂ ਦੇ ਅਹਿਸਾਸ ਵਾਲਾ ਜਜ਼ਬਾ ਜੱਗੇ ਵਿੱਚ ਸੱਚਮੁੱਚ ਹੀ ਇੰਨਾ ਭਰਿਆ ਪਿਆ ਸੀ ਕਿ ਉਸਨੇ ਆਮ ਨੌਜਵਾਨਾਂ ਵਾਲੀਆਂ ਕੁਦਰਤੀ ਮਨੋਕਾਮਨਾਵਾਂ ਵੱਲੋਂ ਮੂੰਹ ਮੋੜ ਕੇ ਆਪਣੀ ਜਵਾਨੀ ਕੌਮ ਨੂੰ ਸਮਰਪਿਤ ਕਰ ਦਿੱਤੀ ਸੀ। ਇਸ ਸੋਚ ਪ੍ਰਤੀ ਉਹ ਕਿੰਨਾ ਦ੍ਰਿੜ ਸੀ, ਇਸ ਦਾ ਪਤਾ ਇੱਕ ਘਟਨਾ ਤੋਂ ਲੱਗਦਾ ਹੈ। ਜਦੋਂ ਇੱਕ ਕੁੜੀ ਨੇ ਉਸ ਨੂੰ ਰੋਕ ਕੇ ਉਸ ਪ੍ਰਤੀ ਆਪਣੇ ਅਲੜ ਜਜ਼ਬਾਤਾਂ ਦਾ ਇਜ਼ਹਾਰ ਉਸ ਦੇ ਅੱਗੇ ਕਰ ਦਿੱਤਾ। ਇਸ ਇਜ਼ਹਾਰ ਦਾ ਜਵਾਬ ਉਸ ਕੁੜੀ ਨੂੰ ਜੱਗੇ ਵੱਲੋਂ 2 ਚਪੇੜਾਂ ਦੇ ਰੂਪ ਵਿੱਚ ਮਿਲਿਆ, ਜਿਸ ਦੀ ਨੌਜਵਾਨਾਂ 'ਚ ਚਰਚਾ ਹੋਈ। ਜੱਗੇ ਨੇ ਆਪਣੀ ਜੁਝਾਰੂ ਸਰਗਰਮੀਆਂ ਜਾਰੀ ਰੱਖੀਆਂ। ਜੱਗੇ ਦੀਆਂ ਇਹ ਗੁਪਤ ਰੂਪ ਵਿੱਚ ਚੱਲ ਰਹੀਆਂ ਜੁਝਾਰੂ ਸਰਗਰਮੀਆਂ ਇੱਕ ਅਹਿਮ ਘਟਨਾ ਕਾਰਨ ਜ਼ਾਹਰ ਹੋ ਗਈਆਂ। ਜੱਗੇ ਦਾ ਇੱਕ ਦੋਸਤ ਜੋ ਕਿ ਇੱਕ ਪੁਲਿਸ ਅਫਸਰ ਦਾ ਭਤੀਜਾ ਸੀ, ਉਹ ਬਾਬਾ ਬਕਾਲਾ ਵਿਖੇ ਡੀਐਸਪੀ ਦੇ ਦਫ਼ਤਰ 'ਚ ਬੈਠਾ ਸੀ ਕਿ ਉੱਥੇ ਖਬਰ ਪਹੁੰਚੀ ਕਿ ਪਿੰਡ ਡੇਰੀਵਾਲ ਵਿਖੇ 25 ਖਾੜਕੂ ਸਿੰਘ ਬੈਠੇ ਨੇ। ਡੀਐਸਪੀ ਨੇ ਵਾਇਰਲੈਸ ਰਾਹੀਂ ਡੇਰੀਵਾਲ ਪਿੰਡ ਨੂੰ ਘੇਰਾ ਪਾਉਣ ਦੀਆਂ ਹਦਾਇਤਾਂ ਦੇ ਦਿੱਤੀਆਂ। ਇਹ ਸੁਣ ਕੇ ਜੱਗੇ ਦਾ ਦੋਸਤ ਬਹਾਨੇ ਨਾਲ ਉੱਥੋਂ ਖਿਸਕ ਕੇ ਬਾਹਰ ਨਿਕਲ ਆਇਆ। ਫਿਰ ਉਸਨੇ ਮੋਟਰਸਾਈਕਲ ਨੂੰ ਰੇਸ ਦਿੱਤੀ ਤੇ ਜੱਗੇ ਨੂੰ, ਜੋ ਕਿ ਪਿੰਡ ਜਸਪਾਲ ਵਿੱਚ ਭਾਈ ਬਿਕਰਮਜੀਤ ਸਿੰਘ ਸੁਲਤਾਨਵਿੰਡ ਦੇ ਪਾੜ ਦੇ ਭੋਗ ਵਿੱਚ ਹਾਜ਼ਰ ਸੀ, ਕਾਲੀ ਨਾਲ ਸਾਰੀ ਗੱਲ ਜਾ ਦੱਸੀ। ਜੱਗੇ ਦੇ ਮਾਤਾ ਪਿਤਾ ਵੀ ਉਸ ਭੋਗ ਸਮਾਗਮ ਵਿੱਚ ਹਾਜ਼ਰ ਸਨ, ਪਰ ਜੱਗੇ ਨੇ ਜਦੋਂ ਆਪਣੇ ਦੋਸਤ ਦੀ ਲਿਆਂਦੀ ਖਬਰ ਸੁਣੀ ਤਾਂ ਉਹ ਉਸ ਦਾ ਹੀ ਮੋਟਰਸਾਈਕਲ ਫੜ ਕੇ ਧੂੜਾਂ ਪੱਟਦਾ ਪਿੰਡ ਡੇਰੀਵਾਲ ਦੇ ਰਾਹ ਪੈ ਗਿਆ। ਕਹਿੰਦੇ ਬਈ ਮੋਟਰਸਾਈਕਲ ਚਲਾਉਣ ਵਿੱਚ ਜੱਗਾ ਪੂਰਾ ਮਾਹਰ ਸੀ। ਉਸਨੇ ਪੂਰੀ ਸਪੀਡ 'ਚ ਮੋਟਰਸਾਈਕਲ ਉਡਾਇਆ ਤੇ ਡੇਰੀਵਾਲ ਦੀ ਜੂਹ 'ਚ ਪੜ ਗਿਆ। ਬੜੀ ਅਜੀਬ ਸਥਿਤੀ ਸੀ। ਇਧਰੋਂ ਘੂਕ ਪਾਉਂਦਾ ਜੱਗੇ ਦਾ ਮੋਟਰਸਾਈਕਲ ਡੇਰੀਵਾਲ ਪਿੰਡ 'ਚ ਦਾਖਲ ਹੋ ਰਿਹਾ ਸੀ ਤੇ ਦੂਜੇ ਪਾਸਿਓਂ ਦੀ ਸਿੰਘਾਂ ਨੂੰ ਘੇਰਨ ਲਈ ਪੁਲਿਸ ਤੇ ਸੀਆਰਪੀ ਦੀਆਂ ਗੱਡੀਆਂ ਦਾ ਵੱਡਾ ਕਾਫਲਾ ਪਿੰਡ 'ਚ ਦਾਖਲ ਹੋ ਰਿਹਾ ਸੀ। ਇਸ ਤੋਂ ਪਹਿਲਾਂ ਕਿ ਪੁਲਿਸ ਫੋਰਸਾਂ ਦਾ ਕਾਫਲਾ ਡੇਰੀਵਾਲ ਪਿੰਡ ਦੇ ਵਿੱਚ ਦਾਖਲ ਹੁੰਦਾ, ਦੂਰੋਂ ਹੀ ਇਸ ਕਾਫਲੇ ਨੂੰ ਵੇਖ ਕੇ ਪਿੰਡ ਦਾ ਇੱਕ ਚੇਤਨ ਕਿਸਾਨ ਸਮਝ ਗਿਆ ਕਿ ਪਿੰਡ 'ਚ ਸਿੰਘਾਂ ਨੂੰ ਚਾਣਚੱਕ ਹੀ ਘੇਰਾ ਪੈਣ ਵਾਲਾ ਹੈ। ਅੱਤ ਦੀ ਫੁਰਤੀ ਵਿਖਾਉਂਦੇ ਹੋਏ ਉਸ ਕਿਸਾਨ ਨੇ ਆਪਣਾ ਟਰੈਕਟਰ ਸਟਾਰਟ ਕੀਤਾ ਤੇ ਟਰੈਕਟਰ ਟਰਾਲੀ ਟੇਢੀ ਕਰਕੇ ਰਾਹ ਵਿੱਚ ਹੀ ਜਾਣ ਕੇ ਉੱਥੇ ਹੀ ਖਿਲਾਰ ਦਿੱਤੀ। ਉਸ ਕਿਸਾਨ ਦੀ ਇਹ ਨੀਤੀ ਬੜੀ ਕਾਰਗਰ ਸਿੱਧ ਹੋਈ ਤੇ ਜੱਗੇ ਨੇ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਸਿੰਘਾਂ ਨੂੰ ਜਾ ਚੁਕੰਨੇ ਕੀਤਾ। ਐਨ ਮੌਕੇ ਤੇ ਖਬਰ ਪਹੁੰਚ ਜਾਣ ਤੇ ਸਿੰਘ ਚੁਕੰਨੇ ਤਾਂ ਹੋ ਗਏ, ਪਰ ਸਾਰੇ ਹੀ ਸਿੰਘਾਂ ਦਾ ਬਿਨਾਂ ਮੁਕਾਬਲੇ ਤੋਂ ਬਚ ਨਿਕਲਣਾ ਕਿਸੇ ਹਾਲਾਤ 'ਚ ਵੀ ਸੰਭਵ ਨਹੀਂ ਸੀ। ਹਥਿਆਰ ਇਸ ਠਹਿਰ ਤੇ ਵਧੇਰੇ ਪਏ ਸਨ, ਜਿਸ ਕਾਰਨ ਹਥਿਆਰ ਉੱਥੋਂ ਕੱਢਣ ਲਈ ਜੱਗੇ ਨੇ ਵੀ ਅਸਲਾ ਚੁੱਕ ਲਿਆ। ਕਈ ਸਿੰਘ ਨਿਕਲ ਗਏ, ਪਰ ਜੱਗੇ ਸਮੇਤ 8 ਸਿੰਘ ਪੁਲਿਸ ਅਤੇ ਸੀਆਰਪੀ ਦੇ ਘੇਰੇ ਵਿੱਚ ਆ ਗਏ। ਝੋਨੇ ਦੇ ਖੇਤਾਂ ਵਿੱਚ ਸਿੰਘ ਘੇਰੇ ਗਏ। ਪੁਲਿਸ ਅਫਸਰਾਂ ਨੇ ਸਿੰਘਾਂ ਨੂੰ ਹੱਥ ਖੜੇ ਕਰਕੇ ਬਾਹਰ ਆ ਜਾਣ ਲਈ ਕਿਹਾ ਤੇ ਸਿੰਘਾਂ ਵੱਲੋਂ ਭਾਈ ਬਲਵਾਨ ਸਿੰਘ ਡੈਰੀਵਾਲ ਨੇ ਲਲਕਾਰ ਕੇ ਕਿਹਾ ਵੀ ਸ਼ਗਨ ਲਾਉਣ ਲਈ ਆਏ ਹੋ ਤਾਂ ਸ਼ਗਨ ਲਈ ਲਿਆਂਦਾ ਰੁਪਈਆ ਵਾਪਸ ਨਹੀਂ ਖੜੀਦਾ, ਆਓ ਲਾਓ ਸਾਨੂੰ ਸ਼ਗਨ। ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਤੇ ਮੁਕਾਬਲਾ ਆਰੰਭ ਹੋ ਗਿਆ। ਮਿਤੀ 7 ਅਕਤੂਬਰ 1990 ਦੀ ਇਸ ਦੁਪਹਿਰ ਡੇਰੀਵਾਲ ਪਿੰਡ ਦੀਆਂ ਖੇਤਾਂ ਵਿੱਚ ਬੜੇ ਕਹਿਰ ਦੀ ਗੋਲੀ ਵਰੀ। ਪੁਲਿਸ ਅਤੇ ਸੀਆਰਪੀ ਵਾਲੇ ਪੂਰੇ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਸਨ। ਉਹਨਾਂ ਨੇ ਆਪਣੀ ਫੌਜ ਵਿਚਲੇ ਦੂਰਬੀਨਾਂ ਨਾਲ ਵੇਖਣ ਵਾਲੇ ਅਤੇ ਦੂਰੀ ਤੱਕ ਮਾਰਨ ਵਾਲੇ ਹਥਿਆਰਾਂ ਨਾਲ ਲੈਸ ਆਪਣੇ ਮਾਹਰ ਜਵਾਨ ਆਲੇ ਦੁਆਲੇ ਦੀਆਂ ਕਈਆਂ ਉੱਚੀਆਂ ਥਾਵਾਂ ਤੇ ਚੜ੍ਹਾ ਦਿੱਤੇ। ਦੂਰਬੀਨਾਂ ਵਾਲੇ ਜਵਾਨ ਖੇਤ ਅੰਦਰ ਦੀ ਸਿੰਘਾਂ ਦੀ ਹਰ ਇੱਕ ਹਰਕਤ ਨੂੰ ਵੇਖ ਕੇ ਇਸ ਬਾਰੇ ਫੋਰਸਾਂ ਨੂੰ ਦੱਸ ਰਹੇ ਸਨ। ਖੇਤਾਂ ਦੇ 4 ਚਫੇਰੇ ਮਸ਼ੀਨ ਗੰਨਾਂ ਫਿੱਟ ਕਰਕੇ ਕਹਿਰੀ ਅੱਗ ਵਰਾਈ ਜਾ ਰਹੀ ਸੀ। ਖੇਤ ਦੇ ਅੰਦਰ 8 ਕੁ ਦਸ਼ਮੇਸ਼ ਪਿਤਾ ਦੇ ਲਾਲ ਆਪਣੇ ਸੀਮਤ ਹਥਿਆਰਾਂ ਨਾਲ ਬੜੀ ਸਿਦਕਦੀਰੀ ਨਾਲ ਦੁਸ਼ਮਣ ਦੇ ਕਟਕਾਂ ਦੀ ਗੋਲੀ ਦਾ ਜਵਾਬ ਗੋਲੀ ਨਾਲ ਦੇ ਰਹੇ ਸਨ। ਇਹ ਮੁਕਾਬਲਾ ਕਹਿੰਦੇ ਵੀ ਦੁਪਹਿਰੇ 12 ਵਜੇ ਆਰੰਭ ਹੋਇਆ ਸੀ ਤੇ ਸ਼ਾਮ 6 ਵਜੇ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ। ਇਸ ਮੁਕਾਬਲੇ ਵਿੱਚ ਕਈ ਸੀਆਰਪੀ ਵਾਲੇ ਤੇ ਪੁਲਿਸ ਵਾਲੇ ਮਾਰੇ ਗਏ ਤੇ ਸ਼ਹੀਦ ਭਾਈ ਬਗੇਲ ਸਿੰਘ ਡੇਰੀਵਾਲ ਦੇ ਭਤੀਜੇ ਭਾਈ ਬਲਵਾਨ ਸਿੰਘ ਡੇਰੀਵਾਲ ਸਮੇਤ 6 ਸਿੰਘ ਵੀਰਤਾ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀ ਪਾ ਗਏ। ਗੋਲੀ ਸਿੱਕਾ ਖਤਮ ਹੋ ਜਾਣ ਤੋਂ ਬਾਅਦ ਇਸ ਮੁਕਾਬਲੇ 'ਚ ਜਿੱਥੇ 6 ਸਿੰਘ ਸ਼ਹੀਦ ਹੋ ਗਏ, ਉੱਥੇ ਹੀ ਭਾਈ ਜਗਤ ਸਿੰਘ ਜੱਗਾ ਅਤੇ ਭਾਈ ਬਲਕਾਰ ਸਿੰਘ ਜੱਬੋਵਾਲ ਨਿਕਲ ਗਏ।
ਕਹਿੰਦੇ ਨੇ ਭਾਈ ਇਸ ਮੁਕਾਬਲੇ ਤੋਂ ਬਾਅਦ ਭਾਈ ਹਰਦੇਵ ਸਿੰਘ ਕਾਲੀਆਂ ਦੇ ਨਾਲ ਭਾਈ ਜਗਤ ਸਿੰਘ ਜੱਗਾ ਕੌਮੀ ਸੇਵਾ ਦੇ ਅਣਥੱਕ ਮਿਸ਼ਨ ਤੇ ਫੇਰ ਤੁਰ ਪਿਆ। ਮਜ਼ਲੂਮ ਦੀ ਰਾਖੀ ਅਤੇ ਜ਼ਾਲਮਾਂ ਦੀ ਚੁਣ ਕੇ ਸਧਾਈ ਕਰਨ ਦਾ ਪੰਥਕ ਫਰਜ਼ ਨਿਭਾਉਂਦਾ ਹੋਇਆ ਇਹ ਜੁਝਾਰੂ ਜਥਾ ਮਿਤੀ 27 ਅਪ੍ਰੈਲ 1992 ਨੂੰ ਬਟਾਲੇ ਅੰਮ੍ਰਿਤਸਰ ਰੋਡ ਤੇ ਕਸਬਾ ਜੈਂਤੀਪੁਰ ਦੇ ਨੇੜੇ ਪਿੰਡ ਕੋਟਲੀ ਢੋਲੇ ਸ਼ਾਹ ਵਿਖੇ ਪਹੁੰਚਿਆ। ਸਵੇਰੇ ਤੜਕੇ ਦੇ 3 ਵਜੇ ਦਾ ਸਮਾਂ ਸੀ ਜਦੋਂ ਇਸ ਪਿੰਡ ਦਾ ਹੀ ਇੱਕ ਸ਼ਖਸ ਇਹਨਾਂ ਤਿੰਨਾਂ ਜੁਝਾਰੂ ਸਿੰਘਾਂ ਭਾਈ ਹਰਦੇਵ ਸਿੰਘ ਕਾਲੀਆਂ, ਭਾਈ ਜਗਤ ਸਿੰਘ ਜੱਗਾ ਅਤੇ ਭਾਈ ਗਿਆਨ ਸਿੰਘ ਸ਼ਹਿਜ਼ਾਦਾ ਦੇ ਜਥੇ ਨੂੰ ਪਿੰਡ ਵਿਚਲੇ ਸਰਦਾਰ ਬਲਵਿੰਦਰ ਸਿੰਘ ਚੱਕੀ ਵਾਲੇ ਦੇ ਘਰ ਛੱਡਣ ਆਇਆ। ਕਿਹਾ ਜਾਂਦਾ ਹੈ ਵੀ ਜਿਹੜਾ ਵਿਅਕਤੀ ਇਹਨਾਂ ਤਿੰਨਾਂ ਸਿੰਘਾਂ ਨੂੰ ਉਕਤ ਘਰ 'ਚ ਛੱਡ ਕੇ ਗਿਆ ਉਸ ਬਾਰੇ ਪੁਲਿਸ ਦਾ ਟਾਊਟ ਹੋਣ ਦਾ ਸ਼ੱਕ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਪਹਿਲਾਂ ਹੀ ਇਹਨਾਂ ਸਿੰਘਾਂ ਨੂੰ ਦੁੱਧ 'ਚ ਕੁਝ ਅਜਿਹਾ ਘੋਲ ਕੇ ਪਿਆ ਦਿੱਤਾ ਸੀ ਜਿਸ ਨਾਲ ਇਹ ਤਿੰਨੇ ਸਿੰਘ ਮੰਜਿਆਂ ਤੇ ਲੰਬੇ ਪੈਂਦੇ ਹੀ ਬੇਸੁੱਧ ਹੋ ਗਏ। ਉਧਰੋਂ ਦੂਜੇ ਪਾਸੇ ਮੁਖਬਰ ਨੇ ਪੁਲਿਸ ਨੂੰ ਖਬਰ ਕਰ ਦਿੱਤੀ। ਜਿਹੜੀ ਪੁਲਿਸ ਪਾਰਟੀ ਸਭ ਤੋਂ ਪਹਿਲਾਂ ਇਹਨਾਂ ਸਿੰਘਾਂ ਨੂੰ ਘੇਰਨ ਲਈ ਤੁਰੀ ਉਹ ਕਿਸੇ ਤਰੀਕੇ ਇਸ ਗਲ ਪਈ ਮੁਸੀਬਤ ਤੋਂ ਬਚਣਾ ਵੀ ਚਾਹੁੰਦੀ ਸੀ। ਇਸ ਕਰਕੇ ਉਸ ਪੁਲਿਸ ਪਾਰਟੀ ਨੇ ਕੋਟਲੀ ਢੋਲੇ ਸ਼ਾਹ ਦੀ ਬਜਾਏ ਨੇੜਲੇ ਪਿੰਡ ਕੋਟਲੀ ਮੜੀਆਂ ਵੱਲ ਮੂੰਹ ਕਰ ਲਿਆ ਤਾਂ ਕਿ ਉਦੋਂ ਤੱਕ ਸਿੰਘ ਨਿਕਲ ਜਾਣ ਤੇ ਸਾਡੇ ਵੀ ਮੁਸੀਬਤ ਗਲੋਂ ਲੱਥੇ। ਉਧਰੋਂ ਪਿੰਡ ਕੋਟਲੀ ਮੜੀਆਂ 'ਚ ਪੁਲਿਸ ਦੇ ਛਾਪੇ ਦੀ ਖਬਰ ਛੇਤੀ ਹੀ ਕੋਟਲੀ ਢੋਲੇ ਸ਼ਾਹ ਪਿੰਡ ਦੇ ਬਲਵਿੰਦਰ ਸਿੰਘ ਤੱਕ ਵੀ ਪਹੁੰਚ ਗਈ, ਜਿਸ ਦੇ ਘਰ ਵਿਚਲੇ ਇੱਕ ਕਮਰੇ ਵਿੱਚ ਤਿੰਨੇ ਜੁਝਾਰੂ ਸਿੰਘ ਸੁੱਤੇ ਹੋਏ ਸਨ। ਉਹ ਭੱਜਾ ਆਇਆ ਤੇ ਆ ਕੇ ਤਿੰਨਾਂ ਹੀ ਸਿੰਘਾਂ ਨੂੰ ਵਾਰੋ-ਵਾਰ ਝੰਜੋੜ ਕੇ ਜਗਾਉਣ ਲੱਗਾ, ਪਰ ਦੁੱਧ 'ਚ ਮਿਲਾ ਕੇ ਪਿਆਈ ਨਸ਼ੀਲੀ ਚੀਜ਼ ਦਾ ਅਸਰ ਇੰਨਾ ਸਖਤ ਸੀ ਕਿ ਸਿੰਘ ਉੱਠੇ ਹੀ ਨਾ। ਉਧਰੋਂ ਕੋਟਲੀ ਮੜੀਆਂ ਪਿੰਡ 'ਚ ਘੁੰਮ ਕੇ ਸਮਾਂ ਲੰਘਾ ਰਹੀ ਪੁਲਿਸ ਪਾਰਟੀ ਨੂੰ ਵਾਇਰਲੈਸ ਤੇ ਅਫਸਰਾਂ ਨੇ ਝਾੜ ਪਾਈ ਕਿ ਤੁਸੀਂ ਦੂਜੇ ਪਿੰਡ ਵਿੱਚ ਕੀ ਕਰ ਰਹੇ ਹੋ। ਸਿੰਘ ਤਾਂ ਕੋਟਲੀ ਢੋਲੇ ਸ਼ਾਹ 'ਤੇ ਸੁੱਤੇ ਪਏ ਨੇ। ਉਸ ਪਾਰਟੀ ਦੇ ਇੰਚਾਰਜ ਨੇ ਬਹਾਨਾ ਲਾਇਆ ਕਿ ਸਾਨੂੰ ਪਿੰਡ ਦੇ ਨਾਂ ਦਾ ਭੁਲੇਖਾ ਪੈ ਗਿਆ ਹੈ। ਅਖੀਰ ਮਰਦਿਆਂ ਅੱਕ ਚੱਬਣ ਵਾਂਗ ਮਜਬੂਰ ਹੋ ਕੇ ਪੁਲਿਸ ਦਾ ਦਲ ਪਿੰਡ ਕੋਟਲੀ ਢੋਲੇ ਸ਼ਾਹ 'ਚ ਆਣ ਵੜਿਆ ਤੇ ਪੁੱਛ ਕੇ ਬਲਵਿੰਦਰ ਸਿੰਘ ਚੱਕੀ ਵਾਲੇ ਦੇ ਘਰ ਤੱਕ ਜਾ ਆਪੜਿਆ। ਉਦੋਂ ਤੱਕ ਕਹਿੰਦੇ ਵੀ ਸਵੇਰ ਦੇ 8 ਵਜ ਗਏ ਸਨ। ਉਦੋਂ ਤੱਕ ਕਹਿੰਦੇ ਸਿੰਘਾਂ ਨੇ ਵੀ ਉੱਠ ਕੇ ਸ਼ਸਤਰ ਸੰਭਾਲ ਲਏ ਤੇ ਉਧਰੋਂ ਪੁਲਿਸ ਤੇ ਸੀਆਰਪੀ ਨੇ ਮਕਾਨ ਦੇ 4 ਚੁਫੇਰੇ ਪੋਜੀਸ਼ਨਾਂ ਸੰਭਾਲ ਲਈਆਂ। ਸਿੰਘਾਂ ਨੇ ਆਪਣੇ ਹਥਿਆਰਾਂ 'ਚ ਮੈਗਜ਼ੀਨ ਚੈੱਕ ਕੀਤੇ, ਗੋਲੀ ਸਿੱਕਾ ਝੋਲੀਆਂ 'ਚ ਪਾਇਆ ਤੇ ਕਾਹਲੀ ਨਾਲ ਪੋਜੀਸ਼ਨਾਂ ਲੈਣ ਲਈ ਵੱਖ-ਵੱਖ ਹੋ ਗਏ। ਹੁਣ ਦੋਹਾਂ ਪਾਸਿਆਂ ਤੋਂ ਗੋਲੀ ਚੱਲਣੀ ਆਰੰਭ ਹੋ ਗਈ। ਭਾਈ ਹਰਦੇਵ ਸਿੰਘ ਕਾਲੀਆਂ, ਭਾਈ ਜਗਤ ਸਿੰਘ ਜੱਗਾ ਤੇ ਭਾਈ ਗਿਆਨ ਸਿੰਘ ਸ਼ਹਿਜ਼ਾਦਾ ਗੰਨਾ ਸੰਭਾਲ ਕੇ ਪੁਲਿਸ ਫੋਰਸ ਦਾ ਮੁਕਾਬਲਾ ਕਰਨ ਲੱਗ ਪਏ। ਮੁਕਾਬਲਾ ਆਰੰਭ ਹੁੰਦਿਆਂ ਹੀ ਸਿੰਘਾਂ ਨੇ ਵੇਖਿਆ ਕਿ ਪੁਲਿਸ ਤੇ ਸੀਆਰਪੀ ਵਾਲੇ ਘਰ ਦੀ ਟੈਂਕੀ ਬਨੇਰਿਆਂ ਤੇ ਹੋਰ ਮਹੱਤਵਪੂਰਨ ਥਾਵਾਂ ਤੇ ਕਾਬਜ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਸ ਘਰ ਦੇ ਛੋਟੇ ਲੜਕੇ ਸੁਖਵਿੰਦਰ ਸਿੰਘ ਨੂੰ ਵੀ ਆਪਣੀ ਢਾਲ ਬਣਾ ਲਿਆ ਹੈ। ਦੂਜੇ ਪਾਸੇ ਵਾਇਰਲੈਸਾਂ ਖੜਕ ਪਈਆਂ ਤੇ ਛੇਤੀ ਹੀ ਸੀਆਰਪੀ ਤੇ ਫੌਜ ਦੀਆਂ ਗੱਡੀਆਂ ਦੇ ਕਾਫਲੇ ਮਾਟਰ ਤੋਪਾਂ ਨਾਲ ਲੈਸ ਹੋ ਕੇ ਪਿੰਡ ਕੋਟਲੀ ਢੋਲੇ ਸ਼ਾਹ ਪਹੁੰਚ ਗਏ। ਫੱਟੜ ਹੋਏ ਐਸਪੀ ਆਪਰੇਸ਼ਨ ਬੰਗਾ ਸਣੇ 6 ਪੁਲਿਸ ਵਾਲਿਆਂ ਨੂੰ ਚੁੱਕ ਕੇ ਐਂਬੂਲੈਂਸ 'ਚ ਪਾਉਣ ਦਾ ਦ੍ਰਿਸ਼ ਪੁਲਿਸੀਆਂ ਦੀ ਦਹਿਸ਼ਤ ਵਿੱਚ ਹੋਰ ਵਾਧਾ ਕਰ ਗਿਆ। ਇੱਕ ਨਿੱਕੇ ਜਿਹੇ ਮਕਾਨ ਜਿਸ ਵਿੱਚ ਹਕੂਮਤ ਦੇ 3 ਬਾਗੀ ਜੁਝਾਰੂ ਸਿੰਘ ਘੇਰੇ ਵਿੱਚ ਆਏ ਮੁਕਾਬਲਾ ਕਰ ਰਹੇ ਸਨ, ਉਸ ਮਕਾਨ ਤੇ 4 ਚਫੇਰਿਓਂ ਗੋਲੀਆਂ ਅਤੇ ਮਾਟਰ ਗੋਲੀਆਂ ਦਾ ਮੀਂਹ ਵਰ ਗਿਆ। ਕਹਿੰਦੇ ਹਰ ਤਰ੍ਹਾਂ ਦੇ ਆਧੁਨਿਕ ਹਥਿਆਰ ਨਾਲ ਲੈਸ ਫੌਜ, ਸੀਆਰਪੀ ਤੇ ਪੁਲਿਸ ਦੇ ਸੈਂਕੜੇ ਹੀ ਜਵਾਨਾਂ ਵਿੱਚ ਘਿਰੇ ਹੋਏ 3 ਭੁੱਖਣ ਪਾੜੇ ਸਿੰਘਾਂ ਦੇ ਅੱਗੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਸਵੇਰੇ 8 ਵਜੇ ਤੋਂ ਆਰੰਭ ਹੋਇਆ ਮੁਕਾਬਲਾ 9, 10, 11, 12 ਵਜੇ ਤੋਂ ਟੱਪ ਕੇ ਅਗਲੀ ਤਰੀਕ ਵੱਲ ਵਧਣ ਲੱਗ ਪਿਆ ਸੀ। ਮੁਕਾਬਲੇ ਦੀ ਤਾੜ ਵੱਧਦੀ ਜਾ ਰਹੀ ਸੀ ਤੇ ਨਾਲ ਦੀ ਨਾਲ ਘੜੀ ਦੀਆਂ ਸੂਈਆਂ ਵੀ ਅੱਗੇ ਵਧਦੀਆਂ ਜਾ ਰਹੀਆਂ ਸਨ। ਦੁਪਹਿਰ ਦਾ 1 ਵੱਜ ਗਿਆ ਪਰ ਸਿੰਘ ਅਜੇ ਵੀ ਜਕਾਰੇ ਛੱਡਦੇ ਮੁਕਾਬਲਾ ਕਰ ਰਹੇ ਸਨ। 2 ਵੱਜ ਗਏ ਤੇ ਅਖੀਰ ਇਹ ਮੁਕਾਬਲਾ ਹੁੰਦਿਆਂ ਸ਼ਾਮ ਦੇ 4 ਵੱਜ ਗਏ। ਪੁਲਿਸ ਵਾਲਿਆਂ ਦੀਆਂ ਮਾਟਰ ਤੋਪਾਂ ਨੇ ਘਰ ਦੀਆਂ ਕੰਧਾਂ ਵਿੱਚ ਵੱਡੇ ਮਘੋਰੇ ਕਰ ਦਿੱਤੇ, ਪਰ ਇਹ ਗੋਲੀ ਸਿੰਘਾਂ ਦੇ ਸਿਦਕ ਵਿੱਚ ਨਿੱਕਾ ਜਿਹਾ ਛੇਕ ਵੀ ਨਾ ਕਰ ਸਕੇ। ਗੰਗੂ ਬਾਹਮਣ ਦੀ ਉਮਤ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਲਾਲ ਆਮੋ ਸਾਹਮਣੇ ਮੁਕਾਬਲੇ ਵਿੱਚ ਉਸ ਦੀ ਔਕਾਤ ਸਮਝਾ ਰਹੇ ਸਨ। ਜਦੋਂ ਮਾਟਰ ਤੋਪਾਂ ਵੀ ਨਾਕਾਮ ਹੋ ਗਈਆਂ ਤਾਂ ਮਿਲਟਰੀ ਦੇ ਅਫਸਰਾਂ ਨੇ ਮਕਾਨ ਦੀ ਛੱਤ 'ਚ ਮਘੋਰੇ ਕਰਕੇ ਅੰਦਰ ਗ੍ਰਨੇਡ ਸੁੱਟਣ ਦੀ ਰਣਨੀਤੀ ਅਪਣਾਈ। ਛੱਤ 'ਚ ਮਘੋਰੇ ਕਰਨ ਲਈ ਵੀ ਘਰ ਦੇ ਲੜਕੇ ਸੁਖਵਿੰਦਰ ਸਿੰਘ ਨੂੰ ਢਾਲ ਬਣਾ ਕੇ ਅੱਗੇ ਲਾਇਆ ਗਿਆ। ਇੱਕ ਕਮਰੇ ਉੱਪਰ ਦੀ ਛੱਤ 'ਚ ਮਘੋਰਾ ਹੋਇਆ, ਪਰ ਇਹ ਕੀ, ਇਸ ਤੋਂ ਪਹਿਲਾਂ ਕਿ ਫੌਜੀ ਗ੍ਰਨੇਡ ਕਮਰੇ ਵਿੱਚ ਸੁੱਟਦੇ, ਕਮਰੇ ਦੀ ਨੁੱਕਰ 'ਚ ਘਾਤ ਲਾਈ ਖਲੋਤੇ ਜਗਤ ਸਿੰਘ ਜੱਗੇ ਨੇ ਇੱਕਦਮ ਬਰਸਟ ਮਾਰ ਕੇ 2 ਫੌਜੀ ਫੁੰਡ ਸੁੱਟੇ ਤੇ ਫਿਰ ਛਾਲ ਮਾਰ ਕੇ ਕਮਰੇ ਤੋਂ ਬਾਹਰ ਹੋ ਗਿਆ। ਉਸ ਨੇ ਛੱਤ ਪਾੜੇ ਜਾਣ ਦਾ ਖੜਾਕ ਪਹਿਲਾਂ ਹੀ ਸੁਣ ਕੇ ਆਪਣਾ ਪੈਂਤੜਾ ਨਿਰਧਾਰਤ ਕਰ ਲਿਆ ਸੀ, ਪਰ ਇਸ ਦੇ ਬਾਵਜੂਦ ਫੌਜ ਨੇ ਬਾਅਦ ਵਿੱਚ ਉਸ ਕਮਰੇ ਵਿੱਚ ਗ੍ਰਨੇਡ ਸੁੱਟ ਕੇ ਕਮਰੇ ਨੂੰ ਤਹਿਸ ਨਹਿਸ ਕਰ ਦਿੱਤਾ।
ਹੁਣ ਇੱਕ ਅਹਿਮ ਫੈਸਲਾਕੁਨ ਘੜੀ ਆਣ ਪਹੁੰਚੀ ਸੀ। ਤਿੰਨ ਸਿੰਘਾਂ ਕੋਲ ਹੁਣ ਇੰਨੇ ਕਮਰੇ ਨਹੀਂ ਸਨ ਕਿ ਉਹ ਲੰਬਾ ਸਮਾਂ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾ ਕੇ ਇਹ ਮੁਕਾਬਲਾ ਜਾਰੀ ਰੱਖ ਸਕਦੇ। ਇੱਕ ਹੋਰ ਕਮਰੇ ਦੀ ਛੱਤ ਪਾੜ ਕੇ ਵਿੱਚ ਗ੍ਰਨੇਡ ਸੁੱਟਿਆ ਗਿਆ ਤਾਂ ਜਥੇਦਾਰ ਭਾਈ ਹਰਦੇਵ ਸਿੰਘ ਕਾਲੀਆਂ ਦੀ ਇੱਕ ਲੱਤ ਉੱਡ ਗਈ। ਜਦੋਂ ਭਾਈ ਹਰਦੇਵ ਸਿੰਘ ਕਾਲੀਆਂ ਦੀ ਲੱਤ ਉੱਡ ਗਈ ਤਾਂ ਉਸਨੇ ਕਿਹਾ ਕਿ ਹੁਣ ਮੈਂ ਇੱਥੇ ਇੱਕ ਜਗ੍ਹਾ ਤੇ ਪੋਜੀਸ਼ਨ ਲੈ ਕੇ ਆਖਰੀ ਦਮ ਤੱਕ ਲੜਾਂਗਾ, ਤੁਸੀਂ ਹੁਣ ਦੁਸ਼ਟਾਂ ਤੇ ਬਾਹਰ ਨਿਕਲ ਕੇ ਵਾਰ ਕਰੋ। ਫਿਰ ਤੁਰੰਤ ਹੀ ਭਾਈ ਜਗਤ ਸਿੰਘ ਜੱਗਾ ਨੇ ਫੋਰਸਾਂ ਵਿਰੁੱਧ ਇੱਕ ਆਖਰੀ ਪੈਂਤੜਾ ਵਰਤਿਆ। ਉਸਨੇ ਇੱਕ ਹੈਂਡ ਗ੍ਰਨੇਡ ਆਪਣੇ ਹੱਥ ਵਿੱਚ ਲੈ ਕੇ ਘੁੱਟ ਕੇ ਫੜ ਲਿਆ ਤੇ ਹੱਥ ਖੜੇ ਕਰਕੇ ਘਰ ਦੇ ਅੰਦਰੋਂ ਵਿਹੜੇ ਵਿੱਚ ਆ ਗਿਆ। ਉਸਨੇ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਕਿ ਜਿਵੇਂ ਸਿੰਘ ਹੱਥ ਖੜੇ ਕਰਕੇ ਆਤਮ ਸਮਰਪਣ ਕਰ ਰਿਹਾ ਹੈ। ਪੰਜਾਬ ਪੁਲਿਸ ਕਿਸੇ ਸਿੰਘ ਨੂੰ ਜਿਉਂਦਾ ਫੜਨ ਲਈ ਇਸ ਕਰਕੇ ਯਤਨਸ਼ੀਲ ਹੁੰਦੀ ਸੀ ਤਾਂ ਕਿ ਉਸ ਤੇ ਤਸ਼ੱਦਦ ਕਰਕੇ ਜਥੇਬੰਦੀ ਦੇ ਭੇਤ ਲਏ ਜਾ ਸਕਣ। ਪਰ ਇਸ ਤੋਂ ਪਹਿਲਾਂ ਕਿ ਪੁਲਸੀਏ ਭਾਈ ਜਗਤ ਸਿੰਘ ਜੱਗਾ ਨੂੰ ਫੜ ਲੈਂਦੇ, ਭਾਈ ਜੱਗੇ ਦੇ ਹੱਥ ਵਿਚਲੇ ਗ੍ਰਨੇਡ ਨੇ ਪੁਲਸੀਆਂ ਦਾ ਇੱਕ ਮੋਰਚਾ ਉਡਾ ਦਿੱਤਾ। ਇਸ ਤੋਂ ਪਹਿਲਾਂ ਕਿ ਫੋਰਸਾਂ ਸੰਭਲ ਸਕਦੀਆਂ, ਭਾਈ ਜੱਗਾ ਛਾਲ ਮਾਰ ਕੇ ਉਸ ਛੱਤ ਤੇ ਜਾ ਚੜਿਆ ਜੋ ਪਹਿਲਾਂ ਪੁਲਿਸ ਫੋਰਸਾਂ ਦੇ ਕਬਜ਼ੇ ਵਿੱਚ ਸੀ। ਭਾਈ ਜਗਤ ਸਿੰਘ ਜੱਗਾ ਤੇ ਇੱਕਦਮ ਅੰਨ੍ਹੇਵਾਹ ਗੋਲੀ ਵਰਾਈ ਗਈ। ਭਾਈ ਜੱਗੇ ਦੀਆਂ ਦੋਹਾਂ ਲੱਤਾਂ, ਸਿਰ ਅਤੇ ਛਾਤੀ ਵਿੱਚ ਗੋਲੀਆਂ ਵੱਜੀਆਂ ਤੇ ਇੱਕ ਗ੍ਰਨੇਡ ਫੜ ਕੇ ਛਾਤੀ ਦੇ ਸੱਜੇ ਪਾਸੇ ਨੂੰ ਕਾਫੀ ਹੱਦ ਤੱਕ ਨਕਾਰਾ ਕਰ ਗਿਆ। ਮੈਦਾਨੇ ਜੰਗ ਦਾ ਇਹ ਆਸ਼ਕ ਛੱਤ ਉੱਤੇ ਬਨੇਰੇ ਨਾਲ ਢੋ ਲਾ ਕੇ ਸਦਾ ਦੀ ਨੀਂਦ ਸੌਂ ਗਿਆ। ਕਹਿੰਦੇ ਗੋਲੀ ਅਜੇ ਵੀ ਚੱਲ ਰਹੀ ਸੀ ਤੇ ਗੋਲੇ ਹਲੇ ਵੀ ਵਰ ਰਹੇ ਸਨ। ਸੋ ਦੋਸਤੋ, ਇਹ ਸੀ ਜਗਤ ਸਿੰਘ ਜੱਗਾ ਦਾ ਇਤਿਹਾਸ। ਸੋ ਇਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਵੀ ਹਾਜ਼ਰ ਹੁੰਦੇ ਰਹੇ ਹਾਂ, ਅੱਗੇ ਵੀ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।